ਲਰਨਿੰਗ ਲੈਂਗੁਏਜ। ਸੋ ਆਓ ਹੁਣ ਆਪਾਂ ਵਿਆਕਰਣ ਦਾ ਪਾਠ ਕਰੀਏ। ਡਿਟਰਮੀਨਰਸ, ਇੱਕ ਵਰਡ ਹੁੰਦਾ ਡਿਟਰਮਿਨ। ਡਿਟਰਮਿਨ ਹੁੰਦਾ ਇਰਾਦਾ ਕਰਨਾ, ਕੋਈ ਚੀਜ਼ ਨਿਰਧਾਰਿਤ ਕਰ ਲੈਣੀ, ਠੀਕ ਹੈ, ਉਹਨੂੰ ਕਹਿੰਦੇ ਡਿਟਰਮਿਨ ਕਰ ਲੈਣਾ। ਓਕੇ, ਸੋ ਡਿਟਰਮਿਨਰਸ ਉਹ ਵਾਲੇ ਸ਼ਬਦ ਜੋ ਕਿਸੇ ਚੀਜ਼ ਨੂੰ ਨਿਰਧਾਰਿਤ ਕਰਦੇ ਹੋਣ। ਜਿਵੇਂ ਮੰਨ ਲਓ ਮੇਰੇ ਹੱਥ 'ਚ ਪੈਨ ਹੈ, ਹੁਣ ਪਤਾ ਨਹੀਂ ਕਿਹਦਾ ਪੈਨ ਹੈ, ਹੁਣ ਮੈਂ ਜੇ ਬੋਲਿਆ ਮੇਰਾ ਪੈਨ, ਸੋ ਇਹ ਚੀਜ਼ ਨਿਰਧਾਰਿਤ ਹੋ ਗਈ ਨਾ, ਫਿਕਸ ਹੋ ਗਈ ਕਿ ਪੈਨ ਤਾਂ ਹੈ ਤੇ ਪੈਨ ਕਿਹਦਾ, ਮੇਰਾ। ਪਰ ਕਿਹੜੇ ਸ਼ਬਦ ਨੇ ਨਿਰਧਾਰਿਤ ਕੀਤਾ ਪੈਨ ਬਾਰੇ? ਮੇਰਾ, ਯਾਨੀ ਮਾਈ। ਓਕੇ, ਜੇ ਮੈਂ ਕਹਾਂ ਇੱਕ ਪੈਨ, ਹੁਣ ਪੈਨ ਬਾਰੇ ਮੈਂ ਇੱਕ ਚੀਜ਼ ਨਿਰਧਾਰਿਤ ਕਰਤੀ ਵੀ ਇਹਨਾਂ ਦੀ ਸੰਖਿਆ ਕਿੰਨੀ ਹੈ। ਕਿਹੜੇ ਸ਼ਬਦ ਨੇ ਨਿਰਧਾਰਿਤ ਕੀਤੀ? 1 ਜਾਂ ਠੀਕ ਹੈ। ਸੋ ਇਹੋ ਜਿਹੇ ਸ਼ਬਦ ਜਿਹੜੇ ਕਿਸੇ ਸ਼ਬਦ ਦੀ ਹੋਂਦ ਨੂੰ ਨਿਰਧਾਰਿਤ ਕਰਨ। ਓਕੇ, ਸਾਨੂੰ ਉਹਦੇ ਬਾਰੇ ਦੱਸਣ ਉਹ ਕਿੰਨੇ ਨੇ, ਉਹ ਕਿਹਦਾ ਹੈ, ਉਹ ਕੋਈ ਖਾਸ ਚੀਜ਼ ਹੈ, ਕੋਈ ਆਮ ਚੀਜ਼ ਹੈ, ਕੋਈ ਸਿੰਗੂਲਰ ਹੈ ਕਿ ਪਲੂਰਲ ਹੈ, ਉਹਦੇ 'ਚ ਗੁਣ ਕਿਹੜਾ ਹੈ, ਉਹ ਛੋਟੇ ਛੋਟੇ ਸ਼ਬਦ, ਉਹਨੂੰ ਆਪਾਂ ਕਹਿੰਦੇ ਆ ਉਸ ਸ਼ਬਦ ਨੂੰ ਨਿਰਧਾਰਿਤ ਕਰਨ ਵਾਲੇ ਕਾਰਕ। ਓਕੇ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਡਿਟਰਮਿਨਰਸ। ਫਰਸਟ, ਦ ਰੈਬਿਟ ਫਾਊਂਡ ਇਟਸ ਹੋਲ। ਹੁਣ ਦੇਖੋ ਰੈਬਿਟ ਤਾਂ ਕਿੰਨੇ ਹੀ ਹੋ ਸਕਦੇ ਨੇ। ਓਕੇ, ਜਦੋਂ ਦ ਰੈਬਿਟ ਲੱਗ ਗਿਆ ਇਹਦਾ ਮਤਲਬ ਕਿਸੇ ਖਾਸ ਰੈਬਿਟ ਦੀ ਗੱਲ ਕਰ ਰਹੇ ਨੇ। ਓਕੇ, ਜਦੋਂ ਕਿਸੇ ਖਾਸ ਦੀ ਗੱਲ ਕਰਨੀ ਹੋਵੇ ਆਪਾਂ ਉਹਦੇ ਨਾਲ ਕੀ ਲਗਾ ਦਿੰਦੇ ਆ, ਦ। ਸੈਕਿੰਡ, I ate the vanilla cake in the evening। ਸੋ ਇੱਥੇ ਵੀ ਕੀ ਲੱਗ ਗਿਆ, ਦ। ਓਕੇ, ਵੀ ਮੈਂ ਜਿਹੜਾ ਵਨੀਲਾ ਕੇਕ, ਖਾਸ ਵਨੀਲਾ ਕੇਕ ਹੈ ਉਹਦੀ ਗੱਲ ਕਰ ਰਿਹਾ, ਨਹੀਂ ਤਾਂ ਵਨੀਲਾ ਕੇਕ ਤਾਂ ਕਈ ਨੇ। ਈਵਨਿੰਗ, ਜਿਹੜੀ ਈਵਨਿੰਗ ਦੀ ਮੈਂ ਗੱਲ ਕਰ ਰਿਹਾ, ਓਕੇ, ਉਸ ਈਵਨਿੰਗ ਦੀ, ਫਿਰ ਤਾਂ ਇੱਥੇ ਕੀ ਲੱਗ ਗਿਆ, ਦ। ਥਰਡ, ਮੈਟਲ ਕੈਨਸ ਆਰ ਰੀਸਾਈਕਲੇਬਲ। ਹੁਣ ਰੀਸਾਈਕਲੇਬਲ ਕੀ ਹੁੰਦਾ? ਦੁਬਾਰਾ ਜਿਹੜੀ ਚੀਜ਼ ਨੂੰ ਆਪਾਂ ਬਣਾ ਸਕੀਏ। ਓਕੇ, ਮੰਨ ਲਓ ਪਲਾਸਟਿਕ ਹੈ, ਪਲਾਸਟਿਕ ਖਰਾਬ ਹੋ ਗਿਆ ਤੇ ਫਿਰ ਕੀ ਹੁੰਦਾ, ਉਹਨੂੰ ਪਿਘਲਾ ਕੇ ਫਿਰ ਤਰਲ ਕਰਤਾ, ਉਸ ਤੋਂ ਬਾਅਦ ਉਹਨੂੰ ਫਿਰ ਆਪਾਂ ਮੋਲਡ ਕਰ ਸਕਦੇ ਹਾਂ, ਢਾਲ ਸਕਦੇ ਹਾਂ ਕਿਸੇ ਦੂਜੀ ਸ਼ੇਪ ਵਿੱਚ। ਸੋ ਇਸੇ ਤਰ੍ਹਾਂ ਹੀ ਮੈਟਲ ਕੈਨਸ ਹੁੰਦੇ ਨੇ, ਉਹਨਾਂ ਨੂੰ ਅਸੀਂ ਪਿਘਲਾ ਕੇ ਫਿਰ ਰੀਸਾਈਕਲ ਕਰ ਸਕਦੇ ਹਾਂ। ਓਕੇ, ਸੋ ਮੈਟਲ ਕੈਨਸ ਆਰ ਰੀਸਾਈਕਲੇਬਲ। ਦ ਮੈਟਲ ਕੈਨਸ ਆਰ ਰੀਸਾਈਕਲੇਬਲ। ਓਕੇ, ਦ ਬੋਲਡ ਵਰਡਸ ਅਬਵ ਦ ਡਿਟਰਮਿਨਰਸ, ਜਿਹੜੇ ਉੱਪਰ ਵਰਡਸ ਬੋਲਡ ਕੀਤੇ ਹੋਏ ਨੇ। ਬੋਲਡ ਕੀ ਹੁੰਦਾ ਨਾ, ਮੋਟੇ। ਸੋ ਇਹ ਜਿਹੜੇ ਮੋਟੇ ਵਰਡਸ ਕੀਤੇ ਨੇ ਇਹ ਸਾਰੇ ਕੀ ਨੇ, ਡਿਟਰਮਿਨਰਸ। ਡਿਟਰਮਿਨਰਸ ਆਰ ਵਰਡਸ ਲਾਈਕ ਦ, ਐਨ, ਦਿਸ or some that always come before a noun or before any other adjectives used for the noun। ਸੋ ਇਹ ਡਿਟਰਮਿਨਰਸ ਆਪਾਂ ਲਿਖਦੇ ਕਦੋਂ ਆ? ਦੋ ਜਗ੍ਹਾ ਹੁੰਦੀਆਂ ਨੇ, ਇੱਕ ਤਾਂ ਨਾਉਨ ਤੋਂ ਪਹਿਲਾਂ ਤੇ ਜਾਂ ਨਾਉਨ ਦੇ ਨਾਲ ਕੋਈ ਆਪਾਂ ਜੇ ਵਿਸ਼ੇਸ਼ਣ ਜੋੜਨਾ ਹੋਵੇ, ਕੋਈ ਗੁਣ ਔਗਣ ਜੋੜਨਾ ਹੋਵੇ, ਉਸ ਤੋਂ ਪਹਿਲਾਂ ਵੀ ਇਹ ਡਿਟਰਮਿਨਰਸ ਲੱਗ ਜਾਂਦੇ ਨੇ। ਡਿਟਰਮਿਨਰਸ ਆਰ ਨੀਡਡ ਬਿਫੋਰ ਅ ਸਿੰਗੂਲਰ ਨਾਉਨ। ਹੁਣ ਜਿੱਥੇ ਸਿੰਗੂਲਰ ਨਾਉਨ ਹੋਵੇ, ਇੱਕ ਵਚਨ ਨਾਮ, ਓਕੇ, ਉੱਥੇ ਡਿਟਰਮਿਨਰਸ ਦੀ ਵਰਤੋਂ ਹੁੰਦੀ ਹੈ। But we may or may not use it when talking about plural nouns। For example, ਉਦਾਹਰਨ ਦੇ ਤੌਰ ਤੇ look at the placement। ਹੁਣ ਤੁਸੀਂ ਇਹਦੀ ਜਗ੍ਹਾ ਦੇਖੋ ਕਿੱਥੇ ਇਹ ਲੱਗਦਾ ਹੈ। and uses, ਅਤੇ ਇਸ ਦੀ ਵਰਤੋਂ ਦੇਖੋ ਕਿਸ ਚੀਜ਼ ਦੀ? of the common determiners। ਜਿਹੜਾ ਇੱਕ ਆਮ ਡਿਟਰਮਿਨਰ ਹੈ, ਸਾਂਝਾ ਡਿਟਰਮਿਨਰ ਹੈ, ਉਹ ਕਿਹੜਾ ਹੈ? the। in the sentences above, ਜਿਹੜੇ ਉੱਪਰ sentences ਦਿੱਤੇ ਹਨ ਉਹਨਾਂ ਦੇ ਵਿੱਚ ਉਹਦੀ ਪਲੇਸਮੈਂਟ ਦੇਖੋ, ਯਾਨੀ ਕਿੱਥੇ ਲੱਗਿਆ ਹੋਇਆ ਤੇ ਉਹਦੀ ਵਰਤੋਂ ਕਿੱਦਾਂ ਹੋਈ ਹੈ, ਕਿਹਦੀ? ਦ ਦੀ। ਇਹ ਤੁਸੀਂ ਨੋਟ ਕਰੋ। ਇਨ ਆਲ ਦਾ ਐਗਜ਼ਾਮਪਲਸ, ਸਾਰੀਆਂ ਉਦਾਹਰਣਾਂ ਵਿੱਚ ਦਾ ਡਿਟਰਮਿਨਰ ਇਜ਼ ਪਲੇਸਡ ਬਿਫੋਰ ਦਾ ਨਾਉਨ, ਕਿ ਜਿਹੜਾ ਡਿਟਰਮਿਨਰ ਹੈ ਉਹ ਕਿੱਥੇ ਪਲੇਸ ਹੋਇਆ, ਕਿੱਥੇ ਰੱਖਿਆ ਗਿਆ ਉਹਨੂੰ? ਨਾਉਨ ਤੋਂ ਪਹਿਲਾਂ। ਔਰ ਦਾ ਮਤਲਬ ਕੀ ਹੁੰਦਾ? ਜਾਂ। ਨਾਉਨ ਫਰੇਜ਼, ਵੈਦਰ ਦਾ ਨਾਉਨ ਇਜ਼ ਦਾ ਸਬਜੈਕਟ ਔਰ ਦਾ ऑब्जेक्ट, ਜਾਂ ਉਹ ਨਾਉਨ ਫਰੇਜ਼ ਵਿੱਚ ਰੱਖਿਆ ਗਿਆ ਹੈ। ਓਕੇ, ਫਰੇਜ਼ ਕੀ ਹੁੰਦੇ ਨੇ? 2 ਜਾਂ 3 ਸ਼ਬਦਾਂ ਦਾ ਇਕੱਠ। ਹੁਣ ਉੱਪਰ ਕਿਵੇਂ ਹੋਇਆ? ਵਨੀਲਾ ਕੇਕ, ਰੀਸਾਈਕਲੇਬਲ, ਓਕੇ, ਮੈਟਲ ਕੈਨਸ, ਇਹ ਸਾਰੇ ਕੀ ਨੇ? ਫਰੇਜ਼ ਹੈ, ਇਹ ਨਾਉਨ ਫਰੇਜ਼ ਹੈ। ਓਕੇ, ਸੋ ਜਾਂ ਇਹ ਨਾਉਨ ਤੋਂ ਪਹਿਲਾਂ ਲੱਗਦਾ ਤੇ ਜਾਂ ਇਹ ਨਾਉਨ ਫਰੇਜ਼ ਤੋਂ ਪਹਿਲਾਂ ਲੱਗਦਾ। ਓਕੇ, ਇਨ ਦਾ ਫਰਸਟ ਐਗਜ਼ਾਮਪਲ ਇਟ ਕਮਸ ਡਾਇਰੈਕਟਲੀ ਬਿਫੋਰ ਦਾ ਨਾਉਨ। ਪਹਿਲੀ ਐਗਜ਼ਾਮਪਲ 'ਚ ਅਸੀਂ ਦੇਖਿਆ ਕਿ ਇਹ ਬਿਲਕੁਲ ਨਾਉਨ ਤੋਂ ਪਹਿਲਾਂ ਲੱਗ ਗਏ। In the second example, it comes before the adjective that introduces the noun cake। ਤੇ ਦੂਜੀ ਐਗਜ਼ਾਮਪਲ 'ਚ ਕੀ ਲੱਗਿਆ ਕਿ ਨਾਉਨ ਤੋਂ ਪਹਿਲਾਂ ਜਿਹੜਾ ਐਡਜੈਕਟਿਵ ਲੱਗਿਆ ਸੀ, ਯਾਨੀ ਜਿਹੜੇ ਨਾਉਨ ਦੀ ਵਿਸ਼ੇਸ਼ਤਾ ਦੱਸ ਰਿਹਾ ਸੀ, ਇਹ ਉਸ ਤੋਂ ਪਹਿਲਾਂ ਲੱਗ ਗਏ।
थर्ड एग्जाम्पल, इन द थर्ड एग्जाम्पल देयर इज नो डिटर्मिनर, तीजी एग्जाम्पल च कोई डिटर्मिनर नहीं है, एज डिटर्मिनर्स आर ऑप्शनल फॉर प्लूरल नाउन्स एंड नाउन फ्रेजेस। ये ऑप्शनल होंदे ने, यानी तुहाडी मर्जी है तुसी वरत सकदे हो, तुहाडी मर्जी है तुसी नहीं भी वरत सकदे प्लूरल दे केस विच, ठीक है। प्लूरल की ਹੁੰਦਾ ਯੈਸ ਬਹੁਵਚਨ, ਇੱਥੇ ਮੈਟਲ ਕੈਨਸ ਬਹੁਵਚਨ ਸੀ ਨਾ, ਸੋ ਇਹਦੇ ਨਾਲ ਤੁਸੀਂ ਦ ਲਗਾਉਣਾ ਜਾਂ ਨਹੀਂ ਲਗਾਉਣਾ ਇਹ ਆਪਸ਼ਨਲ ਹੈ, ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਨਹੀਂ ਵੀ ਲਗਾਓਗੇ ਤਾਂ ਵੀ ਠੀਕ ਹੈ। Fourth, in the fourth example, a determiner has been added to refer to the specific noun, the metal cans। ਹੁਣ ਇੱਕ specific noun ਕਿਹੜਾ, ਯਾਨੀ ਖਾਸ ਨਾਮ, ਓਕੇ। ਸੋ ਇੱਕ ਖਾਸ ਨਾਮ ਨੂੰ ਰੈਫਰ ਕਰਦਾ ਹੈ, ਯਾਨੀ ਉਹਦੇ ਨਾਲ ਸੰਬੰਧ ਰੱਖਦਾ ਹੈ। ਉਹ ਖਾਸ ਨਾਮ ਕਿਹੜਾ ਹੋਇਆ, metal cans, ਉਹਦੇ ਨਾਲ the ਲੱਗ ਗਿਆ। There are 4 different types of determiners in English: articles, demonstratives, quantifiers and possessives। 4 ਤਰ੍ਹਾਂ ਦੇ ਡਿਟਰਮੀਨਰਸ ਹੁੰਦੇ ਨੇ। ਇੱਕ ਤਾਂ ਹੁੰਦੇ ਆਰਟੀਕਲਸ, ਸੈਕਿੰਡ ਕੀ ਹੁੰਦੇ ਨੇ ਡੈਮੋਨਸਟ੍ਰੇਟਿਵਸ, ਥਰਡ ਕੁਆਂਟੀਫਾਇਰਸ ਐਂਡ ਫੋਰਥ possessives। ਸੋ ਆਓ ਆਪਾਂ ਆਰਟੀਕਲ ਸਮਝੀਏ ਕਿ ਆਰਟੀਕਲ ਕੀ ਹੁੰਦੇ ਨੇ। Articles are among the most common of the determiners। ਸੋ ਆਰਟੀਕਲ ਸਮਝਣ ਲਈ ਅਸੀਂ ਇਸ ਦੀਆਂ ਐਗਜ਼ਾਮਪਲਸ ਵੱਲ ਧਿਆਨ ਦੇਵਾਂਗੇ ਤਾਂ ਕਿ ਸਾਨੂੰ ਜਲਦੀ ਸਮਝ ਆ ਜਾਏ, ਕਿਉਂਕਿ ਜਦੋਂ ਅਸੀਂ ਪਹਿਲਾਂ ਰੂਲਸ ਸਮਝਣ ਲੱਗ ਜਾਂਦੇ ਹਾਂ, ਪੜ੍ਹਨ ਲੱਗ ਜਾਂਦੇ ਹਾਂ, ਤੇ ਉਹ ਸਾਨੂੰ ਉਨਾ ਜ਼ਿਆਦਾ ਟਾਈਮ ਲੱਗ ਜਾਂਦਾ। ਆਪਾਂ ਸਿੱਧਾ ਇਹਦੇ ਐਗਜ਼ਾਮਪਲਸ ਜਾਂਦੇ ਹਾਂ। ਫਸਟ ਐਗਜ਼ਾਮਪਲ ਕੀ ਹੈ, ਅ ਕੈਟ ਇਜ਼ ਅ ਕਿਊਟ ਐਨੀਮਲ। ਸੈਕਿੰਡ ਕੀ ਹੈ, ਐਨ ਈਗਲ can see the ground from the sky। उन ਤਿੰਨਾਂ ਦਾ ਮਤਲਬ ਦੇਖੋ, ਅ ਇੱਕ, ਐਨ ਇੱਕ, ਦ ਇੱਕ, ਠੀਕ। ਤਿੰਨਾਂ ਦਾ ਮਤਲਬ ਇੱਕ ਹੈ, ਪਰ ਇਹ ਇੱਕ ਲੱਗਦਾ ਕਿੱਥੇ ਹੈ? ਜੇ ਤਿੰਨਾਂ ਦਾ ਇੱਕੋ ਹੀ ਮਤਲਬ ਹੈ ਤਾਂ ਫਿਰ ਅਲੱਗ-ਅਲੱਗ ਸ਼ਬਦ ਕਿਉਂ? ਸੋ ਇਹਨਾਂ ਦੀ ਅਲੱਗ-ਅਲੱਗ ਪਲੇਸਮੈਂਟ ਕੀ ਹੈ, ਯੂਜ਼ਸ ਕੀ ਹੈ, ਇਹ ਆਪਾਂ ਸਮਝਾਂਗੇ। ਸਭ ਤੋਂ ਪਹਿਲਾਂ ਸਮਝਦੇ ਹਾਂ ਐਨ, ਓਕੇ। ਐਨ ਕਦੋਂ ਵਰਤਿਆ ਜਾਂਦਾ ਹੈ? ਸੋ ਜਿਹੜੇ ਇੰਗਲਿਸ਼ ਦੇ ਸ਼ਬਦ ਜੇ ਅਸੀਂ ਪੰਜਾਬੀ 'ਚ ਲਿਖਣੇ ਹੋਣ ਤਾਂ ਜੋ ਊੜਾ, ਐੜਾ ਤੇ ਈਡੀ ਨਾਲ ਸ਼ੁਰੂ ਹੁੰਦੇ ਹੋਣ, ਉਹਨਾਂ ਸਾਰਿਆਂ ਦੇ ਨਾਲ ਆਪਾਂ ਕੀ ਲਗਾਵਾਂਗੇ, ਐਨ, ਓਕੇ। ਜਿਵੇਂ ਸੈਕਿੰਡ ਐਗਜ਼ਾਮਪਲਸ ਦੇਖੋ, ਐਨ ਈਗਲ, ਈਡੀ ਨਾਲ ਸ਼ੁਰੂ ਹੈ ਨਾ ਈਗਲ, ਸੋ ਐਨ ਲੱਗ ਗਿਆ। ਐਨ ਆਉਲ, ਆਉਲ, ਠੀਕ ਹੈ, ਆ ਦੇ ਨਾਲ ਸ਼ੁਰੂ ਹੋਇਆ। ਕਈ ਸ਼ਬਦਾਂ 'ਚ ਅਸੀਂ ਦੇਖਦੇ ਹਾਂ ਕਿ ਉਹਨਾਂ 'ਚ ਪਹਿਲਾ ਅੱਖਰ ਸਾਇਲੈਂਟ ਹੁੰਦਾ ਤੇ ਸਾਇਲੈਂਟ ਤੋਂ ਬਾਅਦ ਆਵਾਜ਼ ਆ ਰਹੀ ਹੁੰਦੀ ਹੈ ਊੜਾ, ਐੜਾ ਜਾਂ ਈਡੀ ਦੀ, ਉਹਦੇ ਨਾਲ ਵੀ ਐਨ ਲੱਗ ਜਾਏਗਾ। ਜਿਸ ਤਰ੍ਹਾਂ ਐਨ ਆਨਰ, ਠੀਕ। ਆਨਰ ਦੇ ਸਪੈਲਿੰਗ ਕੀ ਹੁੰਦੇ ਨੇ, HONOUR, ਪਰ ਐਚ ਸਾਇਲੈਂਟ ਹੈ, ਇਸ ਕਰਕੇ ਆਨਰ, ਊੜੇ ਦੀ ਆਵਾਜ਼ ਆਈ, ਸੋ ਇੱਥੇ ਐਨ ਲੱਗਿਆ। ਐਨ ਆਰ, HOUR, ਐਚ ਸਾਇਲੈਂਟ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਜੋ ਅਸੀਂ ਬੋਲਣ ਵੇਲੇ ਜੇ ਊੜਾ, ਐੜਾ ਤੇ ਈਡੀ ਦੀ ਆਵਾਜ਼ ਆਵੇ ਤਾਂ ਉਸ ਸ਼ਬਦ ਦੇ ਨਾਲ ਅਸੀਂ ਐਨ ਲਗਾ ਦਿੰਦੇ ਹਾਂ। ਹੁਣ ਬਾਕੀ ਦੋ ਕਿਹੜੇ ਰਹਿ ਗਏ, ਅ ਤੇ ਦ। ਅ ਲੱਗੇਗਾ ਜਦੋਂ ਅਸੀਂ ਕੋਈ ਆਮ ਚੀਜ਼ ਦੀ ਗੱਲ ਕਰ ਰਹੇ ਹਾਂ, ਤੇ ਦ ਲੱਗੇਗਾ ਜਦੋਂ ਅਸੀਂ ਕਿਸੇ ਖਾਸ ਚੀਜ਼ ਦੀ ਗੱਲ ਕਰ ਰਹੇ ਹਾਂ। ਮੰਨ ਲਓ ਮੈਂ ਤੁਹਾਨੂੰ ਕਹਾਣੀ ਸੁਣਾ ਰਿਹਾ, ਮੈਂ ਸੁਣਾ ਰਿਹਾ ਕਿ once there was a crow, ਇੱਕ ਕਾਂ ਸੀ, ਓਕੇ। ਹੁਣ ਕੋਈ ਵੀ ਕਾਂ ਸੀ, ਉਹਨੂੰ ਮੈਂ ਇੱਕ ਨਾਮ ਦਿੱਤਾ ਅ ਕਰੋ, ਹਜੇ ਤੱਕ ਉਹ ਕਾਂ ਸਪੈਸ਼ਲ ਨਹੀਂ ਹੋਇਆ, ਪਰ ਹੁਣ ਮੈਂ ਜਿਹੜੀ ਵੀ ਗੱਲ ਕਰਾਂਗਾ ਉਸੇ ਕਾਂ ਦੀ ਗੱਲ ਕਰਾਂਗਾ ਜਿਹੜੇ ਕਾਂ ਬਾਰੇ ਮੈਂ ਸਟੋਰੀ ਸੁਣਾਉਣੀ ਸ਼ੁਰੂ ਕੀਤੀ ਹੈ। ਸੋ ਮੈਂ ਅ ਕਰੋ ਨਹੀਂ ਬੋਲਾਂਗਾ, ਮੈਂ ਬੋਲਾਂਗਾ ਫਿਰ ਦ ਕਰੋ। ਸਟਾਰਟਿੰਗ ਕਿੱਦਾਂ ਕੀਤੀ, once there was a crow, ਫਿਰ ਮੈਂ ਕਹਾਂਗਾ the crow was very thirsty। ਇਸੇ ਤਰ੍ਹਾਂ ਜੇ ਮੈਂ ਕਿਹਾ he found a jug, ਹੁਣ ਅ ਜੱਗ ਬੋਲਿਆ, ਹੁਣ ਕੋਈ ਵੀ ਜੱਗ ਉਹਨੂੰ ਮਿਲਿਆ, ਪਰ ਹੁਣ ਜੇ ਮੈਂ ਉਸੇ ਜੱਗ ਦੀ ਗੱਲ ਕਰਨੀ ਹੈ ਵੀ ਉਸ ਜੱਗ ਵਿੱਚ ਪਾਣੀ ਥੋੜਾ ਸੀ ਤਾਂ ਮੈਂ ਕਹਾਂਗਾ there was a little water in the ਜੱਗ, ਠੀਕ ਹੈ। ਹੁਣ ਮੈਂ ਦ ਲਗਾਤਾ ਤਾਂ ਮਤਲਬ ਹੁਣ ਮੈਂ ਸਪੈਸ਼ਲ ਜੱਗ ਦੀ ਗੱਲ ਕਰ ਰਿਹਾ। ਸੋ ਇੱਕ ਅਸੀਂ ਬੁੱਕ ਦੇ ਤਰੀਕੇ ਨਾਲ ਵੀ ਦੇਖਦੇ ਹਾਂ ਕਿ ਬੁੱਕ ਵਿੱਚ ਕਿਸ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ 'ਚ ਐਗਜ਼ਾਮਪਲਸ ਦਿੱਤੀਆਂ, ਕਹਿੰਦੇ ਅ ਕਿਹਦੇ ਨਾਲ ਲੱਗਦਾ ਹੈ, ਜਦੋਂ ਆਵਾਜ਼ ਕੌਨਸੋਨੈਂਟ ਸਾਊਂਡ ਦੀ ਆ ਰਹੀ ਹੋਵੇ। ਕੌਨਸੋਨੈਂਟ ਸਾਊਂਡ ਕਿਹੜੇ ਹੁੰਦੇ ਨੇ, AEIOU ਤੋਂ ਬਿਨਾਂ ਸਾਰੇ ਸਾਊਂਡ ਕਿਹੜੇ ਨੇ, ਕੌਨਸੋਨੈਂਟ, ਤੇ AEIOU ਕਿਹੜੇ ਨੇ, ਵਾਵਲ ਸਾਊਂਡ। ਸੋ ਆਓ ਆਪਾਂ ਦੇਖਦੇ ਹਾਂ ਕੌਨਸੋਨੈਂਟ ਸਾਊਂਡ ਨਾਲ ਕੀ ਲੱਗਿਆ, ਅ ਕੈਟ, ਅ ਪੈਨ, ਅ ਯੂਰੋਪੀਅਨ, ਅ ਕਾਓ, ਅ ਹੈਨ। ਹੁਣ ਤੁਸੀਂ ਕਹੋਗੇ ਸਰ ਤੁਸੀਂ ਤਾਂ ਕਿਹਾ ਸੀ AEIOU, ਪਰ ਆਪਾਂ ਸਾਊਂਡ ਦੇਖਣੀ ਹੈ, ਆਵਾਜ਼,
ਈ ਦੀ ਆਵਾਜ਼ ਇਹਦੇ ਚ ਆ ਰਹੀ ਹੈ ਨਹੀਂ, ਇਹਦੇ ਚ ਆਵਾਜ਼ ਕਰ ਰਹੀ ਹੈ य ਦੀ, ਯੂਰੋਪੀਅਨ। ਸੋ ਜਿਹਦੇ ਚ ਸਾਊਂਡ ਆਵੇ ਏ ਈ ਆਈ ਓ। ਹੁਣ ਜਿਹੜਾ ਯੂ ਹੈ ਉਹ ਜ਼ਿਆਦਾਤਰ ਸਾਊਂਡ ਯੂ ਦੀ ਨਹੀਂ ਕਰਦਾ, ਦੀ ਕਰਦਾ, ਜਿੱਦਾਂ ਅਸ, ਅੰਬ੍ਰੇਲਾ। ਸੋ ਜੇ ਅੰਬ੍ਰੇਲਾ ਕਹਿਣਾ ਹੋਵੇ ਤਾਂ ਐਨ ਅੰਬ੍ਰੇਲਾ ਆਏਗਾ। ਸੈਕਿੰਡ ਹੈ ਕਿ ਐਨ ਕਿਹਦੇ ਨਾਲ ਲੱਗਣਾ, ਉਹ ਕਹਿੰਦਾ ਵਾਉਲ ਸਾਊਂਡ ਦੇ ਨਾਲ। ਐਨ ਐਪਲ, ਐਨ ਓਨੈਸਟ ਮੈਨ, ਐਨ ਅੰਬ੍ਰੇਲਾ, ਐਨ ਆਰ, ਐਨ ਐਗ। ਓਕੇ, ਸੋ ਦ ਕਿਹਦੇ ਨਾਲ ਕਿਹਾ ਸੀ, ਜਦੋਂ ਕਿਸੇ ਖਾਸ ਚੀਜ਼ ਬਾਰੇ ਗੱਲ ਕਰਨੀ ਹੈ। He went to the best restaurant in the city. The kitten is mewing too loudly. ਕਿ ਬਿੱਲੀ ਦਾ ਬੱਚਾ ਯਾਨੀ ਬਲੂੰਗੜਾ ਬਹੁਤ ਉੱਚੀ ਉੱਚੀ ਮਿਆਉ ਮਿਆਉ ਕਰ ਰਿਹਾ ਹੈ। ਹੁਣ ਇੱਥੇ ਵੀ ਦੇਖੋ ਉਹੀ ਗੱਲ ਕੀਤੀ ਨਾ ਇੰਗਲਿਸ਼ ਵਿੱਚ, ਇਹਨਾਂ ਨੇ ਕਿਹਾ here the speaker is talking about। ਇੱਥੇ ਬੋਲਣ ਵਾਲਾ ਗੱਲ ਕਰ ਰਿਹਾ ਕਿਹਦੇ ਬਾਰੇ ਵਿੱਚ, ਅ ਪਾਰਟਿਕੂਲਰ ਕਿਟਨ। ਪਾਰਟਿਕੂਲਰ ਹੁੰਦਾ ਖਾਸ, ਇੱਕ ਖਾਸ ਕਿਟਨ ਬਾਰੇ ਗੱਲ ਕਰ ਰਿਹਾ, ਐਂਡ ਅ ਪਾਰਟਿਕੂਲਰ ਰੈਸਟੋਰੈਂਟ, ਅਤੇ ਇੱਕ ਖਾਸ ਰੈਸਟੋਰੈਂਟ ਬਾਰੇ ਗੱਲ ਕਰ ਰਿਹਾ। ਇਸ ਕਰਕੇ ਕੀ ਨਾਲ ਲੱਗੇਗਾ, the। Okay, now come to the activity 7th. In the following sentences choose one of the three options and put a tick on the right one। ਹੁਣ ਨੀਚੇ ਸੈਂਟੈਂਸਸ ਦਿੱਤੇ ਹੋਏ ਨੇ ਤੇ ਇਹਨਾਂ 'ਚ ਆਪਾਂ ਤਿੰਨ ਆਪਸ਼ਨ ਵਿੱਚੋਂ ਇੱਕ ਚੁਣਨਾ ਹੈ। ਤਿੰਨ ਆਪਸ਼ਨਸ ਕਿਹੜੀਆਂ, ਅ ਐਂਡ ਦ। I have dash good idea। ਐਨ ਲੱਗੇਗਾ ਨਹੀਂ, ਹੈ ਨਾ, ਕਿਉਂਕਿ ਗ ਦੀ ਆਵਾਜ਼ ਆ ਰਹੀ ਹੈ, ਇਸ ਕਰਕੇ ਐਨ ਤਾਂ ਨਹੀਂ ਲੱਗੇਗਾ। ਦ ਗੁੱਡ ਕੋਈ ਸਪੈਸ਼ਲ ਚੀਜ਼ ਨਹੀਂ, ਹੈ ਨਾ, ਗੁੱਡ ਆਈਡੀਆ ਕੋਈ ਸਪੈਸ਼ਲ ਚੀਜ਼ ਨਹੀਂ ਹੈ। ਸੋ ਆਈ ਹੈਵ ਅ ਗੁੱਡ ਆਈਡੀਆ। ਸੈਕਿੰਡ, that is dash interesting toy। ਸੋ ਈ ਦੀ ਆਵਾਜ਼ ਆ ਗਈ, ਹੈ ਨਾ, ਈ ਕੀ ਲੱਗੂਗਾ, ਐਨ, that is an interesting toy। ਥਰਡ, I have kept the bag in the cupboard। मैं cupboard ਵਿੱਚ bag ਰੱਖਿਆ। Fourth, do the Sharmas have dash blue car। Do the Sharmas have a blue car। Fifth, the water in dash river is dirty। The water in the river is dirty। He had a piece of chocolate। Seventh, I like to eat an egg every day। Eighth, she has a good habit of brushing her teeth twice a day। Ninth, Raghav likes to walk in the rain। 10th, Radha plays the game of chess every day।